ਕੇਂਦਰੀ ਮੰਤਰੀ ਤੋਮਰ ਦੀ ਨਿਹੰਗ ਨਾਲ ਤਸਵੀਰ ਸਾਹਮਣੇ ਆਉਣ ਤੇ ਚਿੜਿਆ ਸਿਆਸੀ ਘਮਾਸਾਨ। ਕਾਂਗਰਸ ਨੇ ਬੀਜੇਪੀ ਨੂੰ ਪੁੱਛਿਆ ਸਿੰਘੂ ਕਤਲकांड ਵਿੱਚ ਕੀ ਸੀ ਭੂਮਿਕਾ। ਬੀਜੇਪੀ ਦਾ ਜਵਾਬ, ਕੇਂਦਰੀ ਮੰਤਰੀ ਨਾਲ ਕੋਈ ਵੀ ਕਰ ਸਕਦਾ ਹੈ ਮੁਲਾਕਾਤ। ਢੱਡਰੀਆਂ ਵਾਲੇ ਦੇ ਦਰਬਾਰ ਸਾਹਿਬ ਨੂੰ ਲੈ ਕੇ ਦਿੱਤੇ ਬਿਆਨ ਦੇ ਉੱਪਰ ਐਸਜੀਪੀਸੀ ਨੇ ਜਤਾਇਆ ਸਖਤ ਇਤਰਾਜ਼। ਬੀਬੀ ਜਗੀਰ ਕੌਰ ਬੋਲੇ, ਅਜਿਹੀ ਬਿਆਨਬਾਜ਼ੀ ਹਰਗਿਜ਼ ਨਹੀਂ ਕਰਾਂਗੇ ਬਰਦਾਸ਼ਤ। ਢੱਡਰੀਆਂ ਵਾਲੇ ਨੇ ਬਿਨਾਂ ਦਸਤਾਰ ਵਾਲਿਆਂ ਨੂੰ ਸੰਭਲ ਕੇ ਦਰਬਾਰ ਸਾਹਿਬ ਜਾਣ ਦੀ ਦਿੱਤੀ ਸੀ ਸਲਾਹ। ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ। ਲਹਿਰਾ ਤੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਟਿਕਟ। ਪਟਿਆਲਾ ਤੋਂ ਹਰਪਾਲ ਜੁਨੇਜਾ ਤੇ ਦਾ ਹੁਣ ਤੱਕ 74 ਉਮੀਦਵਾਰ ਮੈਦਾਨ ਵਿੱਚ। ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਨੇ ਕੇਂਦਰ ਕੋਲ ਚੁੱਕਿਆ ਡੀਏਪੀ ਦੀ ਘਾਟ ਦਾ ਮੁੱਦਾ। ਮੰਤਰੀ ਮਨਸੁਖ ਮਾਂਡਵੀਆ ਨਾਲ ਕੀਤੀ ਮੁਲਾਕਾਤ। ਕੇਂਦਰ ਨੇ ਤੁਰੰਤ 17 ਰੈਕ ਡੀਏਪੀ ਭੇਜਣ ਦਾ ਦਿੱਤਾ ਭਰੋਸਾ। ਪੰਜਾਬ ਵਿੱਚ ਕੋਲੇ ਦਾ ਸੰਕਟ ਬਰਕਰਾਰ। ਕੋਲੇ ਦੀ ਕਮੀ ਕਰਕੇ ਰੋਪੜ ਥਰਮਲ ਪਲਾਂਟ ਪੂਰੀ ਤਰ੍ਹਾਂ ਠੱਪ। ਬਾਕੀ ਪਲਾਂਟਾਂ ਵਿੱਚ ਵੀ ਖਤਮ ਹੋਣ ਦੀ ਕਗਾਰ ਤੇ ਕੋਲਾ। ਤੇ ਪੰਜਾਬ ਵਿੱਚ ਬੇਕਾਬੂ ਹੋਇਆ ਡੇਂਗੂ। ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਆਏ 3 ਗੁਣਾ ਵੱਧ ਮਾਮਲੇ। ਸਿਹਤ ਮੰਤਰੀ ਓਪੀ ਸੋਨੀ ਨੇ ਅਧਿਕਾਰੀਆਂ ਨਾਲ ਕੀਤੀ ਹਾਈ ਲੈਵਲ ਬੈਠਕ। ਪ੍ਰਭਾਵਿਤ ਇਲਾਕਿਆਂ ਵਿੱਚ ਰੋਜ਼ਾਨਾ ਫੌਗਿੰਗ ਦੇ ਦਿੱਤੇ ਨਿਰਦੇਸ਼। ਸਤਿ ਸ਼੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਦੀ। ਆਖਿਰ ਕੌਣ ਨੇ ਬਾਬਾ ਅਮਨ ਸਿੰਘ? ਇਸ ਗੱਲ ਦੇ ਉੱਪਰ ਸਵਾਲੀਆ ਨਿਸ਼ਾਨ ਬਣਿਆ ਹੋਇਆ। ਨਿਹੰਗ ਦਲ ਦੇ ਮੁਖੀ ਨੇ ਅਮਨ ਸਿੰਘ। ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਸਿੰਘੂ ਬਾਰਡਰ ਉੱਤੇ ਸਰਗਰਮ ਨੇ। ਤਾਂ ਅਮਨ ਸਿੰਘ ਦੀ ਜਥੇਬੰਦੀ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ ਔਰ ਦਲ ਦੇ 4 ਮੈਂਬਰ ਹੋਏ ਨੇ ਗ੍ਰਿਫਤਾਰ। ਤਾਂ ਓਨਟਾਰੀਓ ਦੇ ਵਿੱਚ ਵੀ ਸਿੱਖ ਗਰੁੱਪ ਦਾ ਮੈਂਬਰ ਨੇ। ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਪਿੰਕੀ ਦੇ ਨਾਲ ਵੀ ਇਹਨਾਂ ਦੀ ਪੁਰਾਣੀ ਜਾਣ ਪਛਾਣ ਦੱਸੀ ਜਾ ਰਹੀ ਹੈ। ਤਾਂ ਸਵਾਲਾਂ ਦੇ ਵਿੱਚ ਮੁਲਾਕਾਤ ਆ ਗਈ ਹੈ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੁਲਾਈ 2021 ਦੀ ਇਹ ਤਸਵੀਰ ਹੈ, ਜਿਸ ਦੇ ਵਿੱਚ ਬਾਬਾ ਅਮਨ ਸਿੰਘ ਜਿਨ੍ਹਾਂ ਦੇ ਪਿੱਛੇ ਗੁਰਮੀਤ ਸਿੰਘ ਪਿੰਕੀ ਜਿਹੜੇ ਕਿ ਬਰਖਾਸਤ ਪੁਲਿਸ ਮੁਲਾਜ਼ਮ ਨੇ, ਕੈਲਾਸ਼ ਚੌਧਰੀ ਔਰ ਨਾਲ ਵਿਚਕਾਰ ਖੜੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ। ਤਾਂ ਨਰਿੰਦਰ ਸਿੰਘ ਤੋਮਰ ਦੇ ਨਾਲ ਇਹ ਕਈ ਮਹੀਨੇ ਪੁਰਾਣੀ ਇਸੇ ਸਾਲ ਦੀ ਇੱਕ ਤਸਵੀਰ ਹੈ, ਜਿਸ ਦੇ ਵਿੱਚ ਨਰਿੰਦਰ ਤੋਮਰ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਬਾਬਾ ਅਮਨ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ। ਪਰ ਇਸ ਮੁਲਾਕਾਤ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਸਿੰਘੂ ਦੇ ਵਿੱਚ ਕਤਲकांड ਹੋਇਆ, ਜਿਸ ਤਰੀਕੇ ਦੇ ਨਾਲ ਬੇਅਦਬੀ ਦੇ ਮਾਮਲੇ ਦੇ ਉੱਪਰ ਉਸ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਜਿਹੜੀ ਇਹ ਤਸਵੀਰ ਹੁਣ ਨਸ਼ਰ ਹੋ ਰਹੀ ਹੈ, ਇਹ ਤਸਵੀਰ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀ ਹੈ। ਔਰ ਵਿਰੋਧੀਆਂ ਨੇ ਵੀ ਇਸ ਤਸਵੀਰ ਦੇ ਮਾਧਿਅਮ ਰਾਹੀਂ ਸਿੱਧੇ ਤੌਰ ਦੇ ਉੱਪਰ ਬੀਜੇਪੀ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਨੇ। ਤਾਂ ਆਖਿਰਕਾਰ ਕੌਣ ਨੇ ਗੁਰਮੀਤ ਸਿੰਘ ਪਿੰਕੀ? ਤਾਂ ਵਿਵਾਦਿਤ ਪੁਲਿਸ ਅਫਸਰ ਦੇ 90 ਦੇ ਦਹਾਕੇ ਦੇ ਵਿੱਚ ਪੁਲਿਸ ਕੈਂਟ ਕਮਾਂਡੋ ਬਣਿਆ ਸੀ ਔਰ ਕਥਿਤ ਦੇ ਤੌਰ ਦੇ ਉੱਪਰ ਅੱਤਵਾਦੀਆਂ ਦੇ ਨਾਲ ਜਿਹੜੀ ਹੈ ਉਹ ਨੇੜਤਾ ਹੋਈ ਸੀ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਮਨ ਸਿੰਘ ਕੌਣ ਨੇ। ਅਮਨ ਸਿੰਘ ਦੀ ਜਥੇਬੰਦੀ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ ਔਰ ਹੁਣ ਤੱਕ 4 ਜਿਹੜੇ ਇਸ ਜਥੇਬੰਦੀ ਦੇ ਮੈਂਬਰ ਨੇ ਉਹ ਗ੍ਰਿਫਤਾਰ ਵੀ ਹੋ ਚੁੱਕੇ ਨੇ। ਅਮਨ ਸਿੰਘ ਜਿਹੜੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਓਨਟਾਰੀਓ ਦੇ ਵਿੱਚ ਵੀ ਸਿੱਖ ਗਰੁੱਪ ਦਾ ਇੱਕ ਮੈਂਬਰ ਸਰਗਰਮ ਹੈ। ਤਾਂ ਬਾਬਾ ਅਮਨ ਸਿੰਘ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਆ ਗਏ ਨੇ। ਉਸ ਤਸਵੀਰ ਦੇ ਰਾਹੀਂ ਜਿਹੜੀ ਤਸਵੀਰ ਉਹਨਾਂ ਦੀ ਕੁਝ ਮਹੀਨੇ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਗੱਲਬਾਤ ਦੇ ਦੌਰਾਨ ਹੋਈ ਸੀ, ਉਹ ਤਸਵੀਰ ਹੁਣ ਨਸ਼ਰ ਹੋ ਰਹੀ ਹੈ। ਜਿਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਨਿਹੰਗਾਂ ਨੇ ਕਾਰਵਾਈ ਕੀਤੀ ਆ, ਉਸ ਦੇ ਉੱਪਰ ਵੀ ਵਿਰੋਧੀਆਂ ਦੇ ਵੱਲੋਂ, ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਹੁਣ ਨਿਸ਼ਾਨੇ ਸਾਧੇ ਜਾ ਰਹੇ ਨੇ। ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਵੀ ਲਗਾਇਆ ਜਾ ਰਿਹਾ। ਪਰ ਲੰਬੇ ਸਮੇਂ ਤੋਂ ਸਿੰਘੂ ਬਾਰਡਰ ਦੇ ਉੱਪਰ ਸਰਗਰਮ ਨੇ ਬਾਬਾ ਅਮਨ ਸਿੰਘ, ਜਿਵੇਂ ਕਿ ਉਹਨਾਂ ਨੇ ਵੀ ਆਪਣੇ ਬਾਈਟ ਦੇ ਵਿੱਚ ਜ਼ਿਕਰ ਕੀਤਾ ਸੀ। ਕਰੀਬ 10 ਮਹੀਨਿਆਂ ਤੋਂ ਜਿਹੜੇ ਉਹਨਾਂ ਦਾ ਜਥਾ ਨਿਹੰਗ ਸਿੰਘਾਂ ਦਾ, ਜਿਹੜਾ ਬਾਬਾ ਅਮਨ ਸਿੰਘ ਦਾ ਜਥਾ, ਉਹ ਸਿੰਘੂ ਬਾਰਡਰ ਦੇ ਉੱਪਰ ਬੈਠਿਆ ਹੋਇਆ। ਤਾਂ ਦਲ ਦੇ 4 ਮੈਂਬਰ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਨੇ। ਜਿਹੜਾ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਉਸ ਸ਼ਖਸ ਦੀ ਜਿਹੜਾ ਸੀ ਪਹਿਲਾਂ ਤਾਂ ਗੁੱਟ ਵੱਢ ਦਿੱਤਾ ਗਿਆ, ਉਸ ਤੋਂ ਬਾਅਦ ਲੱਤ ਵੱਢ ਦਿੱਤੀ ਗਈ ਔਰ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਔਰ ਉਸੇ ਦੇ ਚੱਲਦੇ ਜਿਹੜੇ 4 ਇਸ ਗਰੁੱਪ ਦੇ ਜਥੇ ਦੇ ਜਿਹੜੇ ਮੈਂਬਰ ਨੇ
ਉਹ ਗ੍ਰਿਫਤਾਰ ਹੋ ਚੁੱਕੇ ਨੇ। ਔਰ ਗੁਰਪ੍ਰੀਤ ਪਿੰਕੀ ਦੇ ਨਾਲ ਵੀ ਬਾਬਾ ਅਮਨ ਸਿੰਘ ਦੀ ਪੁਰਾਣੀ ਜਾਣ ਪਛਾਣ ਹੈ। ਗੁਰਮੀਤ ਸਿੰਘ ਪਿੰਕੀ ਕੌਣ ਨੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ। ਤਾਂ ਤੁਹਾਨੂੰ ਦੱਸਦਾ ਕਿ ਕੌਣ ਨੇ ਗੁਰਮੀਤ ਸਿੰਘ ਪਿੰਕੀ ਜਿਹਦਾ ਜ਼ਿਕਰ ਹੋ ਰਿਹਾ, ਜਿਹੜੇ ਤਸਵੀਰ ਦੇ ਵਿੱਚ ਬਾਬਾ ਅਮਨ ਸਿੰਘ ਦੇ ਪਿੱਛੇ ਦਿਖ ਰਹੇ ਨੇ ਔਰ ਬਾਬਾ ਅਮਨ ਸਿੰਘ ਤੇ ਨਰਿੰਦਰ ਤੋਮਰ ਦੇ ਵਿਚਕਾਰ ਪਿੱਛੇ ਖੜੇ ਦਿਖ ਰਹੇ ਨੇ। ਗੁਰਮੀਤ ਸਿੰਘ ਪਿੰਕੀ ਤਾਂ ਵਿਵਾਦਿਤ ਪੁਲਿਸ ਅਫਸਰ ਨੇ 90 ਦੇ ਦਹਾਕੇ ਦੇ ਵਿੱਚ ਪੁਲਿਸ ਕੈਟ ਕਮਾਂਡੋ ਬਣੇ ਸੀ। ਉਸ ਤੋਂ ਬਾਅਦ ਕਥਿਤ ਤੌਰ ਦੇ ਉੱਪਰ ਅੱਤਵਾਦੀਆਂ ਦੇ ਨਾਲ ਉਹਨਾਂ ਦੀ ਨੇੜਤਾ ਹੋਈ। 1997 ਦੇ ਵਿੱਚ ਰਾਸ਼ਟਰਪਤੀ ਵੱਲੋਂ ਐਸਆਈ ਰਹਿੰਦਿਆਂ ਬਹਾਦਰੀ ਪੁਰਸਕਾਰ ਵੀ ਉਹਨਾਂ ਨੂੰ ਦਿੱਤਾ ਗਿਆ। ਤਾਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਫੜਨ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਮਿਲਿਆ ਸੀ। 2001 ਦੇ ਵਿੱਚ ਸਿੱਖ ਨੌਜਵਾਨ ਦੇ ਕਤਲ ਦੇ ਇਲਜ਼ਾਮ ਲੱਗੇ ਸਨ। ਉਸ ਤੋਂ ਬਾਅਦ 2006 ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਉਮਰ ਕੈਦ ਦੀ ਸਜ਼ਾ ਦੇ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਔਰ ਬਹਾਦਰੀ ਮੈਡਲ ਵੀ ਜਿਹੜਾ ਉਹਨੂੰ ਦਿੱਤਾ ਗਿਆ ਸੀ ਰਾਸ਼ਟਰਪਤੀ ਦੇ ਵੱਲੋਂ, ਉਹ ਵੀ ਵਾਪਸ ਲੈ ਲਿਆ ਗਿਆ ਸੀ ਤੇ 2014 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ। ਤਾਂ 2015 ਦੇ ਵਿੱਚ ਤਤਕਾਲੀ ਸਰਕਾਰ ਨੇ ਇੰਸਪੈਕਟਰ ਉਹਨਾਂ ਨੂੰ ਲਗਾਇਆ ਗਿਆ ਸੀ ਔਰ ਵਿਵਾਦ ਤੋਂ ਬਾਅਦ ਇਹ ਫੈਸਲਾ ਜਿਹੜਾ ਸੀ ਉਹ ਵਾਪਸ ਲੈ ਲਿਆ ਗਿਆ ਸੀ। ਤਾਂ ਇਸ ਤਸਵੀਰ ਦੇ ਰਾਹੀਂ ਕਈ ਸਵਾਲ ਉਜਾਗਰ ਹੋ ਰਹੇ ਨੇ ਕਿ ਆਖਿਰ ਬਾਬਾ ਅਮਨ ਸਿੰਘ ਤੇ ਗੁਰਮੀਤ ਸਿੰਘ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ ਹੈ, ਕਦੋਂ ਇਹਨਾਂ ਦੀ ਜਾਣ ਪਛਾਣ ਹੋਈ ਸੀ। ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਤਸਵੀਰ ਸਾਹਮਣੇ ਆ ਰਹੀ ਆ ਉਸ ਨੂੰ ਲੈ ਕੇ ਵਿਰੋਧੀ ਵੀ ਨਿਸ਼ਾਨਾ ਸਾਧ ਰਹੇ ਨੇ ਔਰ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਦੇ ਵੱਲੋਂ ਟਵੀਟ ਵੀ ਕੀਤੇ ਜਾ ਰਹੇ ਨੇ। ਔਰ ਰਣਦੀਪ ਸੁਰਜੇਵਾਲਾ ਦੇ ਵੱਲੋਂ ਵੀ ਇਸ ਤਸਵੀਰ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ। ਉਹ ਟਵੀਟ ਦੇ ਵਿੱਚ ਕੀ ਲਿਖਦੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਤਾਂ ਕਾਂਗਰਸ ਦੇ ਕੌਮੀ ਬੁਲਾਰੇ ਨੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ। ਟਵੀਟ ਦੇ ਵਿੱਚ ਉਹਨਾਂ ਨੇ ਮੁਲਾਕਾਤ ਦੇ ਉੱਪਰ ਸਵਾਲ ਚੁੱਕੇ ਨੇ। ਉਹਨਾਂ ਲਿਖਿਆ ਕਿ ਸੱਚ ਸਾਹਮਣੇ ਆ ਹੀ ਰਿਹਾ ਹੈ, ਪਰਤਾਂ ਹੌਲੀ-ਹੌਲੀ ਉੱਠ ਰਹੀਆਂ ਨੇ, ਪਰਦਾ ਖੁੱਲ ਰਿਹਾ ਹੈ। ਕੌਣ ਅਸਲ ਵਿੱਚ ਪਰਦੇ ਦੇ ਪਿੱਛੇ ਕਿਸ ਦੇ ਨਾਲ ਖੜਿਆ ਹੈ, ਕੌਣ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਖਿਲਾਫ ਕੀ ਸਾਜ਼ਿਸ਼ ਰਚ ਰਿਹਾ ਹੈ, ਇਹ ਸਭ ਕੁਝ ਹੁਣ ਪਤਾ ਚੱਲ ਰਿਹਾ। ਤਾਂ ਕਿਤੇ ਨਾ ਕਿਤੇ ਉਹ ਟਵਿੱਟਰ ਹੈਂਡਲ ਦੇ ਉੱਪਰ ਇਸ ਤਸਵੀਰ ਨੂੰ ਜਿਹੜੀ ਕਿ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਆ ਇਸ ਨੂੰ ਨਾਲ ਟੈਗ ਕੀਤਾ ਹੋਇਆ ਔਰ ਜਿਸ ਦੇ ਉੱਪਰ ਉਹਨਾਂ ਨੇ ਟਵੀਟ ਦੇ ਵਿੱਚ ਇਹ ਗੱਲਾਂ ਰਣਦੀਪ ਸੁਰਜੇਵਾਲਾ ਵੱਲੋਂ ਲਿਖੀਆਂ ਗਈਆਂ ਨੇ। ਤੇ ਉਧਰ ਪੰਜਾਬ ਕਾਂਗਰਸ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਟਵੀਟ ਕਰਕੇ ਸਵਾਲ ਚੁੱਕੇ ਗਏ ਨੇ। ਲਿਖਿਆ ਗਿਆ ਕਿ ਸਿੰਘੂ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲੇ ਮੁਲਜ਼ਮ ਦੀ ਬੀਜੇਪੀ ਨਾਲ ਕਾਫੀ ਨੇੜਤਾ ਰਹੀ ਹੈ। ਨਰਿੰਦਰ ਤੋਮਰ, ਤੁਸੀਂ ਅਤੇ ਤੁਹਾਡੇ ਸਾਥੀ ਹੁਣ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ। ਦੱਸੋ ਕਿ ਇਸ ਸਾਰੀ ਘਟਨਾ ਵਿੱਚ ਤੁਹਾਡੀ ਕੀ ਭੂਮਿਕਾ ਸੀ। ਤੇ ਉਧਰ ਇਸ ਤਸਵੀਰ ਦੇ ਉੱਪਰ ਅਕਾਲੀ ਦਲ ਨੇ ਵੀ ਸਵਾਲ ਖੜੇ ਕੀਤੇ ਨੇ ਅਤੇ ਸਿੰਘੂ ਕਤਲकांड ਪਿੱਛੇ ਡੂੰਘੀ ਸਾਜ਼ਿਸ਼ ਦਾ ਖਦਸ਼ਾ ਜ਼ਾਹਰ ਕੀਤਾ। ਨਾਲ ਹੀ ਕੇਂਦਰੀ ਮੰਤਰੀ ਨਰਿੰਦਰ ਤੋਮਰ ਤੋਂ ਵੀ ਜਵਾਬ ਮੰਗਿਆ। ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ। ਚੰਦੂਮਾਜਰਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਨੇ, ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਇਸ ਤਸਵੀਰ ਦੇ ਮਾਇਨੇ ਕੀ ਨੇ, ਕਈ ਤਰ੍ਹਾਂ ਦੀ ਸਾਜ਼ਿਸ਼ ਦਾ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਸ਼ੰਕਾ ਜਤਾਇਆ ਜਾ ਰਿਹਾ। ਦੇਖੋ, ਡੇ 1 ਤੋਂ ਹੀ ਨਾ ਸਿੰਘੂ ਬਾਰਡਰ ਤੇ ਜਦੋਂ ਇਹ ਕਤਲ ਹੋਇਆ ਕਿਸਾਨ ਮੋਰਚੇ ਦੀ ਸਟੇਜ ਦੇ ਨੇੜੇ, ਉਸ ਦਿਨ ਤੋਂ ਹੀ ਸ਼ੰਕੇ ਤੇ ਇਸ ਕਿਸਮ ਦੀਆਂ ਚਰਚਾਵਾਂ ਸੀ ਵੀ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਹੈ, ਸ਼ਰਾਰਤ ਹੋ ਸਕਦੀ ਆ, ਕੋਈ ਨਾ ਕੋਈ ਕਿਸਾਨ ਸੰਘਰਸ਼ ਨੂੰ ਬਦਨਾਮ ਕਰਕੇ ਲੀਹੋਂ ਲਾ ਕੇ ਕਿਸੇ ਤਰ੍ਹਾਂ ਤਣਾਅ ਤੇ ਵਿਵਾਦ ਤੇ ਟਕਰਾਅ ਦੀ ਸਥਿਤੀ ਬਣਾਉਣ ਦੀ ਇੱਕ ਸਾਜ਼ਿਸ਼ ਹੋ ਸਕਦੀ ਆ। ਇਹ ਚਰਚਾਵਾਂ ਸ਼ੰਕਾਵਾਂ ਬੜੀ ਤੇਜ਼ੀ ਨਾਲ ਹੁੰਦੇ ਸ਼ੁਰੂ ਹੋ ਗਈਆਂ ਸੀ। ਅੱਜ ਬਾਬਾ ਅਮਨ ਸਿੰਘ ਹੋਰਾਂ ਦੀ ਤਸਵੀਰ ਜਦੋਂ ਭਾਰਤ ਦੇ ਕ੍ਰਿਸ਼ੀ ਮੰਤਰੀ ਦੇ ਨਾਲ ਦੇਖੀ ਤੇ ਇੱਕ ਜਿਹੜਾ ਗੁਰਮੀਤ ਕੈਟ ਆ ਉਹਦੇ ਨਾਲ ਦੇਖੀ, ਉਹ ਸ਼ੰਕਾਵਾਂ ਤੇ ਮੋਹਰ ਲੱਗੀ ਨਜ਼ਰ ਆ ਰਹੀ ਆ। ਉਹ ਸ਼ੰਕਾਵਾਂ ਸੱਚ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਖੇਡ ਆ ਇਹ ਬੜੀ ਮਹਿੰਗੀ ਪਏਗੀ। ਪਹਿਲਾਂ ਕਾਂਗਰਸ ਨੂੰ ਇਹ ਖੇਡ ਬੜੀ ਮਹਿੰਗੀ ਪਈ ਸੀ। ਕਾਂਗਰਸ ਨੇ ਤਮਾਸ਼ੇ ਕੀਤੇ ਸੀ, ਕਾਂਗਰਸ ਨੇ ਖੇਡਾਂ ਖੇਡੀਆਂ ਸੀ। ਕਾਂਗਰਸ ਦਾ ਇਹ ਹਾਲ ਆ ਜਿਹੜੀ ਦਾ ਕੰਨਿਆ ਕੁਮਾਰੀ ਤੋਂ ਲੈ ਕੇ ਮਤਲਬ ਜੰਮੂ ਕਸ਼ਮੀਰ ਤੱਕ ਝੰਡੇ ਝੁਲਦੇ ਸੀ ਜਿਸ ਕਾਂਗਰਸ ਦੇ, ਅੱਜ ਇੱਕ ਅੱਧੀ ਸੂਬੇ ਤੱਕ ਸੀਮਿਤ ਰਹੇਗੀ। ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਦੀ ਇਸ ਜੋ ਹਾਲਾਤ ਬਣੇ ਨੇ ਉਹ ਤੋਂ ਸਬਕ ਸਿੱਖਣਾ ਚਾਹੀਦਾ। ਕੀ ਲੱਗਦਾ ਹੈ ਕਿ ਕਿਉਂਕਿ ਇਹ ਤਸਵੀਰ ਕੁਝ ਸਮਾਂ ਪਹਿਲਾਂ ਦੀ ਔਰ ਹੁਣ ਕੁਝ ਦਿਨ ਪਹਿਲਾਂ ਕਤਲ ਹੁੰਦਾ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਸਿੱਧਾ ਅੰਦੇਸ਼ਾ ਇਹੀ ਹੈ ਕਿ ਇਸ ਕਤਲ ਦੇ ਪਿੱਛੇ ਇੱਕ ਪੁਰਾਣੀ ਸਾਜ਼ਿਸ਼ ਹੋ ਸਕਦੀ ਹੈ ਜਾਂ ਬੀਜੇਪੀ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਤਾਲਮੇਲ ਹੋ ਸਕਦਾ ਹੈ? ਤੁਹਾਨੂੰ ਇਸ ਪਿੱਛੇ ਆਖਿਰ ਰਾਜ ਕੀ ਨਜ਼ਰ ਆਉਂਦਾ?
ਦੇਖੋ ਇਸ ਗੱਲ ਦੀ ਤਾਂ ਸਪਸ਼ਟਤਾ ਦੇਣੀ ਪੈਗੀ। ਇੱਕ ਜ਼ਿੰਮੇਵਾਰ ਵਿਅਕਤੀ ਨੇ ਔਰ ਕ੍ਰਿਸ਼ੀ ਮੰਤਰੀ ਜੀ, ਉਹਨਾਂ ਨਾਲ ਕਿਵੇਂ ਬਾਬਾ ਅਮਨ ਸਿੰਘ ਜੀ ਆਏ ਤੇ ਉਹੀ ਫਿਰ ਕਿਵੇਂ ਇਸ ਘਟਨਾਕ੍ਰਮ ਦੇ ਵਿੱਚ ਸ਼ਾਮਲ ਹੋਏ। ਇਹਦੀ ਅਸੀਂ ਪਹਿਲੇ ਦਿਨ ਤੋਂ ਹੀ ਮੰਗ ਕੀਤੀ ਸੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਨਿਰਪੱਖ ਜਾਂਚ ਹੋ ਕੇ ਸਚਾਈ ਸਾਹਮਣੇ ਆਉਣੀ ਚਾਹੀਦੀ ਆ। ਔਰ ਇਸ ਕਿਸਮ ਦੀਆਂ ਗੱਲਾਂ ਅਸੀਂ ਵੈਸੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਵਾਰੀ ਨਹੀਂ ਅਨੇਕਾਂ ਵਾਰ ਕਹਿ ਚੁੱਕੇ ਹਾਂ ਕਿ ਇਸ ਕਿਸਮ ਦੇ ਹਾਲਾਤ ਨਾ ਬਣਨ, ਇਸ ਕਿਸਮ ਦਾ ਤਣਾਅ ਨਾ ਬਣੇ, ਬਲਕਿ ਸਹੀ ਮਾਇਨਿਆਂ ਵਿੱਚ ਫਰਾਗ ਦਿਲੀ ਨਾਲ ਕਿਸਾਨੀ ਸੰਘਰਸ਼ ਦਾ ਮਸਲਾ ਹੱਲ ਹੋ ਜਾਵੇ, ਤਾਂ ਕਿ ਜਿਹੜੀ ਅਸੀਂ ਇੱਕ ਬੜੇ ਦਹਿਸ਼ਤ ਦੇ ਸਹਿਮ ਦੇ ਮਾਹੌਲ 'ਚ ਰਹਿ ਰਹੇ ਹਾਂ, ਜਿਸ ਤਰ੍ਹਾਂ ਇੱਕ ਅਨਸਰਟਨਟੀ ਮੁਲਕ ਦੇ ਵਿੱਚ ਬਣੀ ਹੋਈ ਆ, ਇੱਕ ਬਹੁਤ ਵੱਡੇ ਵਿਵਾਦ ਤੇ ਟਕਰਾਅ ਵੱਲ ਨੂੰ ਮੁਲਕ ਵਧ ਰਿਹਾ, ਤੇ ਇਹ ਸਾਰੀਆਂ ਸਥਿਤੀਆਂ 'ਚ ਮੁਲਕ ਨੂੰ ਬਚਾਉਣਾ ਭਾਰਤ ਦੇ ਪ੍ਰਧਾਨ ਮੰਤਰੀ ਜੀ ਦੀ ਡਿਊਟੀ ਆ। ਤੇ ਉਹਨਾਂ ਨੂੰ ਫਰਾਗ ਦਿਲੀ ਨਾਲ ਇਹ ਜਿਹੜੇ ਖੇਤੀ ਸੰਬੰਧੀ ਬਣਾਏ ਕਾਨੂੰਨ ਰੱਦ ਕਰਕੇ ਮਾਹੌਲ ਠੀਕ ਕਰਨਾ ਚਾਹੀਦਾ। ਕੈਮਰਾਮੈਨ ਰਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾ, ਨਿਊਜ਼ 18 ਮੋਹਾਲੀ। ਤੇ ਉਧਰ ਬੀਜੇਪੀ ਦਾ ਤਰਕ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਪਿਛਲੇ 1 ਸਾਲ ਦੌਰਾਨ ਬਹੁਤ ਸਾਰੇ ਲੋਕਾਂ ਨੇ ਅੰਦੋਲਨ ਨੂੰ ਲੈ ਕੇ ਮੁਲਾਕਾਤਾਂ ਕੀਤੀਆਂ ਨੇ। ਉਹਨਾਂ ਨਾਲ ਤਾਂ ਕਿਸਾਨ ਆਗੂਆਂ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ। ਲੋਕਾਂ ਨੇ ਮੁਲਾਕਾਤ ਕੀਤੀ, ਉਹਨਾਂ ਨੂੰ ਵੀ ਚਿੰਤਾ ਹੋਈ ਕਿ ਇਹ ਅੰਦੋਲਨ ਖਤਮ ਹੋਣਾ ਚਾਹੀਦਾ, ਕਿਉਂਕਿ ਇਹਦੇ ਨਾਲ ਪੰਜਾਬ ਨੂੰ ਬਹੁਤ ਬੜਾ ਨੁਕਸਾਨ ਹੋ ਰਿਹਾ। ਤੇ ਨਰਿੰਦਰ ਸਿੰਘ ਤੋਮਰ ਜੀ ਦਾ ਕਿਸੇ ਦੀ ਫੋਟੋ ਆ ਜਾਏ, ਰਾਜੇਵਾਲ ਜੀ ਦੀਆਂ ਵੀ ਫੋਟੋ ਨੇ, ਸਭ ਦੀਆਂ ਨੇ, ਸਾਰਿਆਂ ਨਾਲ ਗੱਲਬਾਤ ਹੋਈ ਹੈ। ਤੇ ਬਾਕੀ ਲੋਕਾਂ ਨਾਲ ਵੀ ਕਿਸਾਨ ਲੀਡਰਾਂ ਦੀਆਂ ਵੀ ਫੋਟੋ ਹੋ ਸਕਦੀਆਂ ਨੇ ਤੇ ਬਾਕੀ ਲੋਕਾਂ ਦੀਆਂ ਵੀ ਹੋ ਸਕਦੀਆਂ ਨੇ। ਇਹਨੂੰ ਇਸ ਤਰ੍ਹਾਂ ਦੀ ਸ਼ੰਕਾ ਕਰਕੇ ਦੇਖਣਾ ਤਾਂ ਗਲਤ ਆ। ਔਰ ਨਰਿੰਦਰ ਸਿੰਘ ਤੋਮਰ ਜੀ ਤਾਂ ਬਹੁਤ ਹੀ ਭਲੇ ਇਨਸਾਨ ਨੇ। ਉਹਨਾਂ ਨੇ ਤਾਂ ਇਹ ਘੋਸ਼ਣਾ ਕੀਤੀ ਸੀ, ਮੀਟਿੰਗ ਦੇ ਦੌਰਾਨ ਵੀ ਕੀਤੀ ਸੀ, ਵੀ ਮੈਨੂੰ ਅੱਧੀ ਰਾਤ ਨੂੰ ਵੀ ਕੋਈ ਕਿਸਾਨ ਹਿੱਸੇ ਵਿੱਚ ਆ ਕੇ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਮੈਂ ਅੱਧੀ ਰਾਤ ਨੂੰ ਵੀ ਤਿਆਰ ਹਾਂ ਗੱਲ ਕਰਨ ਨੂੰ। 2 ਘੰਟੇ ਪਹਿਲਾਂ ਫੋਨ ਕਰਿਓ, ਮੈਂ ਮਿਲ ਲੂੰਗਾ ਸਭ ਨੂੰ। ਦੇਖੋ, ਸਰਕਾਰ ਜਿਹੜੀ ਹੁੰਦੀ ਹੈ ਉਹ ਪੂਰੇ ਹਿੰਦੁਸਤਾਨ ਦੀ ਹੈ, 135 ਕਰੋੜ ਲੋਕਾਂ ਦੀ ਹੈ। ਸੈਂਟਰ ਸਰਕਾਰ ਕੋਈ ਬੀਜੇਪੀ ਦੀ ਨਹੀਂ ਹੈ। ਉਹ ਤੇ ਕੋਈ ਵੀ ਮਿਲ ਸਕਦਾ ਹੈ, ਟਾਈਮ ਲੈ ਕੇ ਮਿਲਦਾ ਹੈ, ਆਪਦੀ ਗੱਲ ਰੱਖਦਾ ਹੈ। ਇਹਦੇ ਵਿੱਚ ਕੋਈ ਦੇਸ਼ ਦਾ ਵਿਭਾਜਨ ਕਰਨਾ ਜਾਂ ਦੇਸ਼ ਦੇ ਪ੍ਰਤੀ ਗਲਤ ਭਾਵਨਾ ਰੱਖਣੀ ਹੈ ਤੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਕਦੇ ਕੋਈ ਸੋਚਦਾ ਨਹੀਂ ਹੈ। ਜਿਹੜਾ ਮਾੜਾ ਬੰਦਾ ਹੈ ਇਸ ਦੇ ਪ੍ਰਤੀ ਗਲਤ ਧਾਰਨਾ, ਗਲਤ ਸੋਚ ਰੱਖਦਾ ਹੈ। ਅੱਛਾ ਬੰਦਾ ਕਦੀ ਇਹ ਗੱਲ ਨਹੀਂ ਰੱਖਦਾ। ਮੇਲ ਮਿਲਣਾ ਜਾਂ ਕਿਸੇ ਨਾਲ ਮਿਲਣਾ ਕੋਈ ਮਾੜੀ ਗੱਲ ਹੈ? ਕੌਣ ਕਿਸੇ ਨਾਲ ਮਿਲਦਾ ਹੈ? ਕਾਂਗਰਸ ਦੀ ਸਰਕਾਰ ਸੀ, ਉਹ ਜੇ ਉਹਨਾਂ ਨਾਲ ਵੀ ਲੋਕੀ ਮਿਲਦੇ ਸੀਗੇ, ਆਪਦੀ ਗੱਲ ਰੱਖਦੇ ਸੀਗੇ। ਇਹਨਾਂ ਨੇ ਸਵਾਲ ਉਠਾਇਆ, ਇਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਹੈ ਕਿਸੇ ਗੱਲ ਦਾ। ਇਹ ਮਤਲਬ ਕੋਈ ਵੀ ਗਲਤ ਗੱਲ ਹੋ ਗਈ ਉਹਦੇ ਨਾਲ ਹਰੇਕ ਨੂੰ ਜੋੜਦੇ ਨੇ। ਕਦੇ ਕੋਈ ਗਲਤ ਕੰਮ ਹੁੰਦਾ ਹੈ ਇਹ ਆਰਐਸਐਸ ਨੂੰ ਵਿੱਚ ਲਪੇਟਦੇ ਨੇ, ਪਰ ਆਰਐਸਐਸ ਦੀ ਨੀਤੀ ਇਹਨਾਂ ਕਿਸੇ ਨੂੰ ਨਹੀਂ ਪਤਾ ਹੈ ਕੀ ਗੱਲ ਰਾਜਨੀਤੀ ਸੋਚ ਆਰਐਸਐਸ ਦੀ ਕੀ ਹੈ। ਪਰ ਕਿਸੇ ਦੀ ਫੋਟੋ ਕਿੱਥੇ ਲੱਗ ਜਾਂਦੀ ਹੈ ਉਹ ਚੱਕ ਕੇ ਇਹ ਗੱਲਾਂ ਕਰਾਣੀ ਇਹਨਾਂ ਦੀ ਆਦਤ ਬਣ ਚੁੱਕੀ ਹੈ। ਉਧਰ ਐਸਐਸਜੀਪੀਸੀ ਪ੍ਰਧਾਨ ਬਲਜੀਤ ਦਾਦੂਵਾਲ ਵੀ ਇਸ ਮੁਲਾਕਾਤ ਨੂੰ ਲੈ ਕੇ ਬਚਾਅ ਕਰਦੇ ਨਜ਼ਰ ਆਏ ਤੇ ਕਿਹਾ ਕਿ ਇਕੱਠਿਆਂ ਦੀਆਂ ਤਸਵੀਰਾਂ ਹੋਣ ਦਾ ਮਤਲਬ ਇਹ ਨਹੀਂ ਕਿ ਦੋਹਾਂ ਧਿਰਾਂ ਦੀ ਇਸ ਦੇ ਵਿੱਚ ਮਿਲੀ ਭੁਗਤ ਹੋਵੇ। ਤਸਵੀਰਾਂ ਨੇ ਜੀ, ਬਹੁਤ ਤਸਵੀਰਾਂ ਤਾਂ ਐਡਿਟ ਵੀ ਹੋ ਜਾਂਦੀਆਂ ਨੇ, ਪਰ ਜਿਹੜੀਆਂ ਤਸਵੀਰਾਂ ਨੇ, ਤਸਵੀਰਾਂ ਦੇ ਨਾਲ ਕਿਸੇ ਨੂੰ ਕਿਸੇ ਨਾਲ ਨਹੀਂ ਜੋੜਿਆ ਜਾ ਸਕਦਾ ਜੀ। ਤਸਵੀਰਾਂ ਤਾਂ ਤੁਸੀਂ ਦੇਖੋ, ਐਸਜੀਪੀਸੀ ਪ੍ਰਧਾਨ ਦੀਆਂ ਤਸਵੀਰਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਦੇਖ ਲਓਗੇ, ਤੁਸੀਂ ਸਾਡੀਆਂ ਤਸਵੀਰਾਂ ਕੈਪਟਨ ਅਮਰਿੰਦਰ ਸਿੰਘ ਨਾਲ ਦੇਖ ਲਓਗੇ, ਸਾਡੀਆਂ ਤਸਵੀਰਾਂ ਜਿਹੜੀਆਂ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖ ਲਓਗੇ ਜੀ। ਕਿਸੇ ਦੀਆਂ ਤਸਵੀਰਾਂ ਕਿਸੇ ਦੇ ਨਾਲ ਹੋਣੀਆਂ ਇਹ ਸਿੱਧ ਨਹੀਂ ਕਰਦੀਆਂ ਕਿ ਉਹ ਬੰਦਾ ਉਸ ਪਾਰਟੀ ਨਾਲ ਰਿਲੇਟਡ ਹੈ ਜਾਂ ਪਾਰਟੀ ਦੀ ਵਿਚਾਰਧਾਰਾ ਨਾਲ ਰਿਲੇਟਡ ਹੈ ਜਾਂ ਉਹਦੇ ਨਾਲ ਕਿਸੇ ਵੀ ਇਸ਼ੂ ਤੇ ਕਿਸੇ ਵੀ ਮੁੱਦੇ ਤੇ ਕੋਈ ਗੱਲਬਾਤ ਕਰ ਸਕਦੇ। ਜਿਹੜੇ ਨਿਹੰਗ ਸਿੰਘ ਹੈ, ਉਹ ਇੱਕ ਨਿਹੰਗ ਸਿੰਘ ਦਲ ਪੰਥ ਦੇ ਮੁਖੀ ਆ, ਤਾਂ ਉਹ ਕਿਸੇ ਮੁੱਦੇ ਦੇ ਉੱਤੇ ਗੱਲਬਾਤ ਕਰ ਸਕਦੇ ਆ। ਕੇਂਦਰੀ ਮੰਤਰੀਆਂ ਨੇ ਹੋ ਸਕਦਾ ਉਹਨਾਂ ਨੂੰ ਵੀ ਬੁਲਾਇਆ ਹੋਵੇ ਜਦੋਂ ਉੱਥੇ ਗੱਲਬਾਤ ਚੱਲ ਰਹੀ ਸੀਗੀ। ਤਸਵੀਰਾਂ ਵੀ ਦਿਖਾਉਂਦੇ ਆ ਜਦੋਂ ਲਖਬੀਰ ਕਤਲकांड ਤੋਂ ਬਾਅਦ ਸਭ ਤੋਂ ਪਹਿਲਾਂ ਨਿਹੰਗ ਨੇ ਸਰੈਂਡਰ ਕੀਤਾ ਸੀ। ਉਸ ਵੇਲੇ ਬਾਬਾ ਅਮਨ ਸਿੰਘ ਨੇ ਹੀ ਅੱਗੇ ਵੱਧ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਕਿ ਉਹਨਾਂ ਦੀ ਜਥੇਬੰਦੀ ਮਾਮਲੇ ਦੀ ਜ਼ਿੰਮੇਵਾਰੀ ਲੈਂਦੀ ਹੈ। ਸਰਕਾਰ ਨੂੰ ਪਤਾ ਨਹੀਂ ਸੀ ਵੀ ਇਹ ਬੇਅਦਬੀ ਕਿਹਦੀ ਕਰਦੇ ਆ, ਪੂਰਨ ਗੁਰੂ ਅਵਤਾਰ ਦੀ ਕਰਦੇ ਆ, ਜਿਹਨੇ ਕੁੱਲ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸ੍ਰਿਸ਼ਟੀ ਸਾਜੀ ਆ ਨਾ,
ਅੱਜ ਉਹਨੇ ਇਹ ਕਾਰਜ ਕਰਾ ਲਿਆ। ਇਨਸਾਨ ਕੁਛ ਨਹੀਂ ਕਰ ਸਕਦਾ, ਜਿਹਦਾ ਕਾਰਜ ਹੈ ਕਰਤਾ ਸੋ ਕਰੇ, ਸਭ ਨੇ ਸਾਲਾ ਮਾਰੀਆਂ, ਆ ਦੇਤਾ ਸ਼ੇਰ ਨੂੰ ਥਾਪੜਾ। ਜੇ ਜੀਵੇ ਪੱਤ ਲੱਥੀ ਜਾਏ, ਸਭ ਜੇ ਹਰਾਮ ਜੇਤਾ ਖਾਏ, ਇਹ ਸਾਡੇ ਨਿੰਗ ਸਿੰਘਾਂ ਨੇ ਜਲਦੀ ਕਲਾ ਕਰਤੀ। ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਵੀ ਇਹਨੂੰ ਹਿੰਦੂ ਜਾਂ ਕਿਸੇ ਵੀ ਮੁੱਦੇ ਦੇ ਵਿੱਚ ਨਾ ਲਿਆ ਜਾਵੇ। ਅਸੀਂ ਕਿਸਾਨ ਵੀਰਾਂ ਕਰਕੇ ਬੈਠੇ ਆ ਜਾਂ 31 ਲੀਡਰਾਂ ਕਰਕੇ ਨਹੀਂ ਉਰੇ ਬੈਠੇ, ਇਹ ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ। ਲੀਡਰਾਂ ਨੂੰ ਵੀ ਕਹਿਣਾ ਚਾਹੁੰਦੇ ਆ, ਅਸੀਂ ਅੱਜ ਤੱਕ ਤੁਹਾਡੇ ਖਿਲਾਫ ਨਹੀਂ ਕਦੇ ਬੋਲੇ, ਸੋਚ ਸਮਝ ਕੇ ਬਿਆਨ ਦਿਓ ਆਪਣਾ। ਤਾਂ ਦੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਪਹਿਲੀ ਤਸਵੀਰ ਨਿਹੰਗ ਦੀ ਮੁਲਾਕਾਤ ਦੀ ਤਸਵੀਰ ਹੈ, ਜਿਹੜੀ ਕਿ ਜੁਲਾਈ 2021 ਦੀ ਆ, ਹੁਣ ਤੋਂ ਕੁਝ ਮਹੀਨੇ ਪਹਿਲਾਂ ਦੀ ਆ। ਔਰ ਜਿਹੜੀ ਸੱਜੇ ਪਾਸੇ ਦੂਸਰਾ ਤੁਸੀਂ ਬਿਆਨ ਸੁਣਿਆ ਬਾਬਾ ਅਮਰ ਸਿੰਘ ਦਾ, ਉਹ ਲਖਬੀਰ ਦੇ ਕਤਲ ਤੋਂ ਦੀ ਜ਼ਿੰਮੇਵਾਰੀ ਉਹਨਾਂ ਜਥੇਬੰਦੀ ਦੇ ਵੱਲੋਂ ਲਈ ਗਈ ਹੈ। ਤਾਂ ਕਿਤੇ ਨਾ ਕਿਤੇ ਇਹ ਮੁਲਾਕਾਤ ਤੋਂ ਬਾਅਦ ਹੁਣ ਆਪਸ ਦੇ ਵਿੱਚ ਜਿਹੜੇ ਹੈ ਸਵਾਲ ਖੜੇ ਹੋ ਰਹੇ ਨੇ। ਤਾਂ ਕੇਂਦਰੀ ਮੰਤਰੀ ਦੇ ਨਾਲ ਜਿਹੜੀ ਮੁਲਾਕਾਤ ਉਸ ਦੇ ਕੀ ਮਾਇਨੇ ਨੇ? ਵਿਰੋਧੀ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਕਿਸੇ ਸਾਜ਼ਿਸ਼ ਦੇ ਤਹਿਤ ਜੇਕਰ ਪਿਛਲੀ ਕੜੀ ਦੇ ਨਾਲ ਇਸ ਕੜੀ ਨੂੰ, ਲਖਬੀਰ ਦੇ ਕਤਲ ਦੀ ਕੜੀ ਨੂੰ ਜੋੜਿਆ ਜਾਵੇ ਤਾਂ ਕਾਫੀ ਕੁਝ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਲਖਬੀਰ ਦੇ ਕਤਲ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਬਾਬਾ ਅਮਨ ਸਿੰਘ ਜਥੇਬੰਦੀ ਨੇ ਅੱਗੇ ਹੋ ਕੇ ਲਈ ਸੀ। ਆਮ ਆਦਮੀ ਪਾਰਟੀ ਦੇ ਵਫਦ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਮੁਲਾਕਾਤ ਕੀਤੀ। ਆਪ ਵਿਧਾਇਕਾਂ ਨੂੰ ਫੰਡ ਨਾ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ ਚੰਨੀ ਦੇ ਕੋਲ। 5 ਸਾਲਾਂ ਦੇ ਵਿੱਚ ਆਮ ਵਿਧਾਇਕਾਂ ਨੂੰ ਨਹੀਂ ਮਿਲੇ ਫੰਡ, ਇਸ ਗੱਲ ਦਾ ਜ਼ਿਕਰ ਕੀਤਾ ਕੁਲਤਾਰ ਸੰਧਵਾ ਨੇ, ਜਿਹੜੇ ਕਿ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ। ਸੀਐਮ ਚੰਨੀ ਨੇ ਜਲਦ ਫੰਡ ਦੇਣ ਦਾ ਉਹਨਾਂ ਨੂੰ ਭਰੋਸਾ ਦਿੱਤਾ। ਇਸ ਗੱਲ ਦਾ ਵੀ ਜ਼ਿਕਰ ਖੁਦ ਸੰਧਵਾ ਨੇ ਕੀਤਾ। ਉਹਨਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਸੰਸਦ ਦੀ ਤਰਜ਼ ਤੇ ਫੰਡ ਦੇਣ ਦਾ ਵੀ ਭਰੋਸਾ ਜਿਹੜਾ ਹੈ ਉਹ ਸੀਐਮ ਦੇ ਵੱਲੋਂ ਦਵਾਇਆ ਗਿਆ। ਤਾਂ ਆਪ ਵਿਧਾਇਕ ਨਾਰਾਜ਼ਗੀ ਲੈ ਕੇ ਜਿਹੜਾ ਸੀਐਮ ਚੰਨੀ ਦੇ ਕੋਲ ਗਏ ਸੀ ਤਾਂ ਕਿਤੇ ਨਾ ਕਿਤੇ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਨਾਲ, ਉਹਨਾਂ ਦੇ ਵਿਧਾਇਕਾਂ ਦੇ ਨਾਲ ਫੰਡਾਂ ਦੇਣ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਵਿਤਕਰਾ ਕੀਤਾ ਜਾ ਰਿਹਾ। ਔਰ 5 ਸਾਲਾਂ ਦੇ ਵਿੱਚ ਆਪ ਵਿਧਾਇਕਾਂ ਨੂੰ ਉਹਨੇ ਫੰਡ ਨਹੀਂ ਮਿਲੇ ਜਿੰਨੇ ਉਹਨਾਂ ਨੂੰ ਮਿਲਦੇ ਬਣਦੇ ਸੀ। ਤਾਂ ਦੂਸਰੇ ਪਾਸੇ ਸੀਐਮ ਚੰਨੀ ਨੇ ਜਲਦ ਹੀ ਫੰਡ ਦੇਣ ਦਾ ਭਰੋਸਾ ਦਿੱਤਾ ਔਰ ਵਿਧਾਇਕਾਂ ਨੂੰ ਸੰਸਦ ਦੀ ਤਰਜ਼ ਤੇ ਉੱਪਰ ਫੰਡ ਦੇਣ ਦਾ ਭਰੋਸਾ ਵੀ ਜਿਹੜਾ ਸੀਐਮ ਚੰਨੀ ਦੇ ਵੱਲੋਂ ਦਵਾਇਆ ਗਿਆ ਹੈ। ਭਰੋਸਾ ਦਿੱਤਾ, ਕੀ ਲੱਗਦਾ ਕਿ ਮੰਗਾਂ ਪੂਰੀਆਂ ਹੋਣਗੀਆਂ? ਦੇਖੋ ਜੀ, ਐਲਾਨ ਤਾਂ ਮੁੱਖ ਮੰਤਰੀ ਸਾਹਿਬ ਹੁੰਦੇ ਸਾਰੇ ਕਰੀ ਜਾਂਦੇ ਆ, ਤੇ ਜੇ ਪੂਰੀ ਹੋ ਗਈ ਤੁਹਾਡੇ ਸਾਹਮਣੇ ਆ ਜੂ ਸਾਰੀ ਗੱਲ। ਐਲਾਨ ਤਾਂ ਕੋਈ ਵੀ ਕਰ ਸਕਦਾ, ਕੈਪਟਨ ਅਮਰਿੰਦਰ ਸਿੰਘ ਨੇ ਬੜੇ ਕੀਤੇ ਸੀ। ਜੇ ਮਾਣਯੋਗ ਸੀਐਮ ਸਾਹਿਬ ਨੇ ਇਹ ਗੱਲ ਕਹੀ ਆ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਇਹਦੇ ਤੇ ਜਲਦੀ ਕਾਰਵਾਈ ਕਰਨਗੇ, ਕਿਉਂਕਿ ਦਿਨ ਤਾਂ ਗਿਣਤੀ ਦੇ ਹੀ ਆ ਨਾ, 20-25 ਦਿਨ ਹੀ ਆ, ਤੇ ਜੋ ਜਲਦੀ ਤੁਹਾਡੇ ਗਵਾਂਢੀ ਨੇ, ਤੁਹਾਡੇ ਨਾਲ ਦੇ ਹਲਕੇ ਦੇ ਨੇ, ਕਦੇ ਪਹਿਲਾਂ ਮੁਲਾਕਾਤ ਹੋਈ ਹੋਵੇ? ਪਹਿਲਾਂ ਵੀ ਤੁਸੀਂ ਚਿੱਠੀ ਲਿਖ ਚੁੱਕੇ ਹੋ ਇਸ ਚੀਜ਼ ਨੂੰ ਲੈ ਕੇ, ਇੱਕ ਪਹਿਲਾਂ ਚਿੱਠੀ ਤੁਹਾਡੇ ਵੱਲੋਂ ਜਾ ਚੁੱਕੀ ਹੈ। ਦੇਖੋ, ਸੀਐਮ ਸਾਹਿਬ ਮੇਰੇ ਨਾਲ ਦੇ ਹਲਕੇ ਦੇ ਆ, ਮੇਰੇ ਜ਼ਿਲ੍ਹੇ ਦੇ ਆ। ਮੈਂ ਤਾਂ ਉਹਨਾਂ ਤੋਂ ਬਹੁਤ ਕੁਝ ਮੰਗ ਰਿਹਾ ਹੈ। ਪਹਿਲਾਂ ਤਾਂ ਹੁਣ ਮੇਰੇ ਆਪਣੇ ਹਲਕੇ ਦੇ ਮੁੱਦੇ ਸੀ, ਸੜਕਾਂ ਦੀ ਗੱਲ ਸੀ ਜਾਂ ਪੁਲ ਫਲਾਈਓਵਰਾਂ ਦੀ ਗੱਲ ਸੀ। ਫਿਰ ਲੋਕਲ ਏਰੀਏ ਦੇ ਤੁਸੀਂ ਇਸ ਦਿਨ ਨੂੰ 1000 ਰੁਪਏ ਦਿੱਤਾ ਹੈ, ਘੱਟ ਤੋਂ ਘੱਟ ਰੋਪੜ ਦਾ ਵੀ ਖਿਆਲ ਰੱਖੋ। ਰੋਪੜ ਵਾਸਤੇ ਵੀ ਪੈਸੇ ਮੰਗ ਰਹੇ ਅਸੀਂ, ਪਰ ਨਾਲ ਅਸੀਂ ਰੋਪੜ ਨੂੰ ਯੂਨੀਵਰਸਿਟੀ ਮੰਗ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੀ ਯੂਨੀਵਰਸਿਟੀ ਬਣਨੀ ਚਾਹੀਦੀ ਹੈ, ਰੋਪੜ ਨੂੰ ਟੂਰਿਸਟ ਪਲੇਸ ਬਣਨਾ ਚਾਹੀਦਾ ਹੈ। ਬਹੁਤ ਮੰਗਾ, ਪਰ ਅੱਜ ਤਾਂ ਮੈਂ ਸੜਕਾਂ ਦਿੱਤੀਆਂ 7 ਕਰੋੜ ਦੀਆਂ ਸਾਡੀਆਂ ਸੜਕਾਂ ਜਿਹੜੀਆਂ ਉਹ ਕੱਚੀਆਂ ਰੁਕੀਆਂ ਪਈਆਂ ਹੈ। ਫਾਈਲ ਮੁੱਖ ਮੰਤਰੀ ਸਾਹਿਬ ਕੋਲ ਰੁਕੀ ਪਈ ਹੈ, ਉਹ ਪਾਸ ਕਰਵਾਉਣੀ ਸੀ। ਉਹ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਆ ਉਹ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਆਏ ਨੇ ਔਰ ਹੁਣੇ ਮੁੱਖ ਮੰਤਰੀ ਵੀ ਇੱਥੋਂ ਨਿਕਲ ਚੁੱਕੇ ਨੇ ਅਗਲੇ ਪਿੰਡਾਂ ਦੇ ਦੌਰੇ ਲਈ। ਔਰ ਜਿਹੜਾ ਇੱਕ ਭਰੋਸਾ ਜ਼ਰੂਰ ਉਹਨਾਂ ਨੂੰ ਦਿੱਤਾ ਗਿਆ ਕਿ ਜਿਹੜੀ ਇਹ ਮੰਗ ਹੈ ਜਾਇਜ਼ ਹੈ ਔਰ ਇਸ ਨੂੰ ਪੂਰਾ ਕੀਤਾ ਜਾਏਗਾ। ਕੈਮਰਾਮੈਨ ਲਾਲਤਾ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ। ਤਾਂ ਸੀਐਮ ਚੰਨੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਫਦ ਨੇ ਮੁਲਾਕਾਤ ਕੀਤੀ ਆ। ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਗਿਲੇ ਸ਼ਿਕਵੇ ਲੈ ਕੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਚੰਨੀ ਮੁੱਖ ਮੰਤਰੀ ਨੂੰ ਮਿਲਣ। ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬਣਦੇ ਜਿਹੜੇ ਗ੍ਰਾਂਟ ਆ ਜਾਂ ਜਿਹੜੇ ਫੰਡ ਨੇ ਉਹ ਨਹੀਂ ਦਿੱਤੀ ਜਾ ਰਹੀ। ਉਸ ਤੋਂ ਬਾਅਦ ਚਰਨਜੀਤ ਚੰਨੀ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਜਿਹੜੇ ਉਹਨਾਂ ਨੂੰ ਫੰਡ ਨੇ ਉਹ ਮਿਲ ਜਾਣਗੇ ਔਰ ਸੰਸਦਾਂ ਦੀ ਤਰਜ਼ ਦੇ ਉੱਪਰ ਉਹਨਾਂ ਨੂੰ ਫੰਡ ਦੇਣ ਦਾ ਭਰੋਸਾ ਚੰਨੀ ਦੇ ਵੱਲੋਂ ਦਿੱਤਾ ਗਿਆ। ਇਸ ਗੱਲ ਦਾ ਵੀ ਜ਼ਿਕਰ ਕੁਲਤਾਰ ਸਿੰਘ ਸੰਧਵਾ ਨੇ ਕੀਤਾ। ਤੇ ਚੰਡੀਗੜ੍ਹ ਯੂਥ ਕਾਂਗਰਸ ਨੇ ਮਹਿੰਗਾਈ ਦੇ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਵਰਕਰ ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਬੋਤਲਾਂ ਲੈ ਕੇ ਬੈਂਕ ਪਹੁੰਚ ਗਏ ਅਤੇ ਕਿਹਾ ਕਿ ਗੈਸ ਸਿਲੰਡਰ ਅਤੇ ਤੇਲ ਇੰਨੇ ਮਹਿੰਗੇ ਹੋ ਗਏ ਨੇ ਕਿ ਇਹਨਾਂ ਨੂੰ ਹੁਣ ਲੋਕਰ ਵਿੱਚ ਰੱਖਣ ਦਾ ਸਮਾਂ ਆ ਗਿਆ ਹੈ। ਨਾਲ ਹੀ ਕਿਹਾ ਕਿ ਇਹਨਾਂ ਦੇ ਏਵਜ਼ ਵਿੱਚ ਲੋਨ ਮਿਲ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ। ਤਾਂ ਵੱਖਰੇ ਤਰੀਕੇ ਦੇ ਨਾਲ ਯੂਥ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਔਰ ਯੂਥ ਕਾਂਗਰਸ ਦੇ ਵਰਕਰ ਗੈਸ ਸਿਲੰਡਰ, ਪੈਟਰੋਲ, ਡੀਜ਼ਲ ਲੈ ਕੇ ਦੀਆਂ ਬੋਤਲਾਂ ਲੈ ਕੇ ਬੈਂਕ ਪਹੁੰਚ ਗਏ ਤੇ ਕਿਹਾ ਕਿ ਗੈਸ ਸਿਲੰਡਰ ਤੇ ਤੇਲ ਇੰਨੇ ਮਹਿੰਗੇ ਹੋ ਗਏ ਨੇ ਕਿ ਇਹਨਾਂ ਨੂੰ ਹੁਣ ਲੋਕਰ ਦੇ ਵਿੱਚ ਰੱਖਣ ਦਾ ਸਮਾਂ ਆ ਗਿਆ ਹੈ। ਨਾਲ ਹੀ ਕਿਹਾ ਕਿ ਇਹਨਾਂ ਦੀ ਏਵਜ਼ ਦੇ ਵਿੱਚ ਜੇਕਰ ਲੋਨ ਮਿਲ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ।
के मुद्दे को लेकर चंडीगढ़ यूथ कांग्रेस की तरफ से आज अनोखा प्रदर्शन किया जा रहा है चंडीगढ़ के सेक्टर 17 बैंक स्क्वायर के बाहर, जिसमें एक बैंक के बाहर इकट्ठा होकर बाहर पोस्टर लगाकर और सिलेंडर्स को रखकर ये जो प्रदर्शन जो है वो किया जा रहा है। कारण क्या है कि लगातार जो महंगाई बढ़ रही है, पेट्रोल 100 के पार है, सिलेंडर के रेट लगातार बढ़ रहे हैं, उसको लेकर कांग्रेस पार्टी लगातार प्रदर्शन करती नजर आ रही है। तस्वीरें आप देख सकते हैं, चंडीगढ़ यूथ कांग्रेस की तरफ से ये प्रोटेस्ट किया जा रहा है। बैंक स्क्वायर के बिल्कुल बाहर सिलेंडर लेकर आए हैं और उसको लेकर ये प्रदर्शन जो है वो किया जा रहा है। मनोज लुबाना हमारे साथ हैं। मनोज, लगातार आप लोग प्रोटेस्ट जो है वो करते आ रहे हैं, महंगाई लगातार बढ़ रही है, आज अनोखा प्रदर्शन किया जा रहा है, क्या डिमांड? सर, अनोखा प्रदर्शन यही है कि रोज दिन पर दिन कभी 30 पैसे कभी 40 पैसे पेट्रोल डीजल बढ़ ही रहा है, कम नहीं हो रहा। और पेट्रोल डीजल जब बढ़ता है तो हर चीज़ पे असर डलता है, चाहे राशन लगा लो, चाहे कोई भी चीज़ लगा लो। जैसे बताया मनोज ने भी, सिलेंडर लेके ही पहुंचे, एक बड़ा मुश्किल हो गया इस टाइम, महंगाई की मार लगातार जा रही है, किस तरह? देखिए, सिलेंडर के रेट इतने बढ़ गए हैं, 900 पार सिलेंडर हो गया, पेट्रोल के रेट 100 पार हो गया, मतलब इतने ज़्यादा बढ़ गया, हर चीज़ के ऊपर इतना ज़्यादा असर हो रहा है इन सब चीज़ों का। घर की तो ज़रूरतें पूरी होनी मुश्किल हो जाएंगी ना अगर इसी तरह से सिलेंडर का रेट बढ़ता रहा तो। सिलेंडर लेके पहुंचे हैं? सिलेंडर लेके इसलिए पहुंचे हैं जी, सिलेंडर एक कीमती चीज़ हो गई है, इसको हम डिपॉजिट करके रखेंगे कि कभी हमारे घर के अंदर कोई शादी हो या कुछ इवेंट हो, इस करके इसको यहाँ पे जमा कराने के लिए पहुँचे हैं। बाकी तो हम अब चूल्हे की अब घर तैयारी कर रहे हैं कि घर के अंदर चूल्हा जलाया जाए, कि इतना महंगा हो गया, 900 रुपये सिलेंडर हो गया है। प्रदर्शन लगातार जारी रहेगा? हाँ जी, हमारी लड़ाई जारी रहेगी। हमारी यूथ कांग्रेस की टीम है सारी, यहाँ पे जो हमारे सीनियर लीडर हैं। बिल्कुल साफ तौर पर जो चंडीगढ़ यूथ कांग्रेस की तरफ से प्रोटेस्ट किया जा रहा है, महंगाई लगातार बढ़ती जा रही है, जिसको लेकर ये सिलेंडर की बात करें या फिर बढ़ते हुए पेट्रोल डीजल की बात करें, इस तरह की जो चीज़ें हैं, महंगाई लगातार बढ़ती जा रही है, जिसको लेकर पेट्रोल भी हाथ में लेकर और जो बैनर्स हाथ में लेकर इस तरह का प्रोटेस्ट जो है वो चंडीगढ़ यूथ कांग्रेस की तरफ से किया जा रहा है। चंडीगढ़ के सेक्टर 17 बैंक स्क्वायर के बाहर की ये तस्वीरें हैं, जहां पर बिल्कुल बैंक के बाहर खड़े होके सिलेंडर लेकर यहां पर पहुंचे हैं और पोस्टर लेकर यही जो है केंद्र सरकार को बार बार यही समझाया जा रहा है कि जिस तरह से सिचुएशन है, जिस तरह से महंगाई की मार है, जिस तरह से लगातार पेट्रोल डीजल के जो रेट हैं वो बढ़ रहे हैं, कि इस समय जो जनता है वो त्राही कर रही है। ਤਾਂ ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ, ਪਰ ਖਬਰਾਂ ਜਾਰੀ ਨੇ, ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।